ਪ੍ਰੋਗਰਾਮ ਪੰਜਾਬ ਦੀ ਗੱਲ ਦੇ ਨਾਲ ਮੈਂ ਤੁਹਾਡਾ ਹੋਸਟ ਮਹਿਰ ਵਕਾਰ ਅਨਵਰ। ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਵਿੱਚ ਇੱਕ ਐਸਾ ਪਰਿੰਦਾ ਵੀ ਸੀ ਜਿਹਨੂੰ ਮਨਹੂਸ ਸਮਝਿਆ ਜਾਂਦਾ ਸੀ, ਲੇਕਿਨ ਕਈ ਜਿਹੜੇ ਮਰਦਾਰ ਜਾਨਵਰ ਸੀ ਉਹਨਾਂ ਨੂੰ ਖਾ ਕੇ ਲੱਖਾਂ ਜਿਹੜੀਆਂ ਜਾਨਾਂ ਸੀ ਇਨਸਾਨੀ ਉਹਨਾਂ ਨੂੰ ਬਚਾਉਣ ਦਾ ਕੰਮ ਕਰਦਾ ਸੀ। ਹਜ਼ਾਰਾਂ ਫੁੱਟ ਬੁਲੰਦੀ ਦੇ ਉੱਤੋਂ ਉਹਨੂੰ ਪਤਾ ਚੱਲ ਜਾਂਦਾ ਸੀ ਕਿ ਇੱਥੇ ਜਿਹੜਾ ਮਰਦਾਰ ਜਾਨਵਰ ਹੈ ਉਹ ਪਿਆ ਹੋਇਆ ਹੈ। ਤੇ ਉਸ ਤੋਂ ਬਾਅਦ ਐਸਤਾ ਐਸਤਾ ਦੁਨੀਆ ਦੇ ਉੱਤੋਂ ਅੱਜ ਉਹ ਜਿਹੜਾ ਜਾਨਵਰ ਹੈ ਮਹਿਦੂਮੀ ਦਾ ਸ਼ਿਕਾਰ ਹੋ ਗਿਆ, ਦੁਨੀਆ ਦੇ ਵਿੱਚ ਤਕਰੀਬਨ ਉਹ ਖਤਮ ਹੋ ਚੁੱਕਿਆ ਹੈ। ਉਹਦੇ ਹਵਾਲੇ ਦੇ ਨਾਲ ਅੱਜ ਤੁਹਾਨੂੰ ਦੱਸਾਂਗੇ, ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਹ ਕਿਹੜਾ ਪਰਿੰਦਾ ਹੈ ਜਿਹੜਾ ਦੁਨੀਆ ਦੇ ਉੱਤੋਂ ਇਸ ਟਾਈਮ ਖਤਮ ਹੁੰਦਾ ਜਾਂਦਾ ਪਿਆ। ਤੇ ਕੁਝ ਜਗ੍ਹਾ ਦੇ ਉੱਤੇ ਇਹਦੇ ਵਲਚਰ ਹਾਊਸ ਬਣਾਏ ਗਏ ਨੇ, ਇਹਨੂੰ ਗਿੱਧ ਪਰਿੰਦਾ ਕਿਹਾ ਜਾਂਦਾ ਹੈ। ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਐਸਤਾ ਐਸਤਾ ਜਿਵੇਂ ਜਿਵੇਂ ਜਿਹੜੀ ਆਬਾਦੀ ਹੈ ਉਹ ਵਧਦੀ ਗਈ ਹੈ ਤੇ ਜਿਹੜਾ ਗਿੱਧ ਪਰਿੰਦਾ ਹੈ ਇਹ ਖਤਮ ਹੁੰਦਾ ਜਾਂਦਾ ਪਿਆ ਹੈ। ਪੂਰੇ ਪਾਕਿਸਤਾਨ ਦੇ ਵਿੱਚ ਇਸ ਟਾਈਮ ਅਗਰ ਗਿੱਧ ਪਰਿੰਦੇ ਦੀ ਗੱਲ ਕੀਤੀ ਜਾਵੇ, ਜਿਹਨੂੰ ਇੱਲ ਵੀ ਕਿਹਾ ਜਾਂਦਾ ਹੈ, ਇਸ ਟਾਈਮ ਉਹਦੀ ਜਿਹੜੀ ਤਾਦਾਦ ਹੈ ਬਿਲਕੁਲ ਖਤਮ ਹੋ ਗਈ ਹੈ। ਪਹਿਲੇ ਇਸ ਤਰ੍ਹਾਂ ਹੁੰਦਾ ਸੀ, ਪੁਰਾਣੇ ਵਕਤਾਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਸੀ ਬਿਲਕੁਲ ਨਹੀਂ ਸੀ ਹੁੰਦੀਆਂ। ਉਹਦੀ ਵਜ੍ਹਾ ਸੀ ਕਿ ਜਿਹੜੇ ਗਿੱਧ ਪਰਿੰਦੇ ਜਿਨ੍ਹਾਂ ਨੂੰ ਇੱਲਾਂ ਕਿਹਾ ਜਾਂਦਾ ਸੀ ਪੂਰੇ ਆਸਮਾਨ ਦੇ ਉੱਤੇ ਫੈਲੀਆਂ ਹੁੰਦੀਆਂ ਸੀ। ਜਦੋਂ ਵੀ ਕਿਤੇ ਕੋਈ ਜਾਨਵਰ ਮਰਦਾਰ ਪਾਇਆ ਜਾਂਦਾ ਸੀ ਫੌਰੀ ਤੌਰ ਤੇ ਜਿਹੜੀਆਂ ਇੱਲਾਂ ਸੀ, ਗਿੱਧ ਸੀ, ਆ ਕੇ ਤੇ ਉਹਨੂੰ ਖਾਣਾ ਸ਼ੁਰੂ ਕਰ ਦਿੰਦੇ ਸੀ। ਇਹਨਾਂ ਨੂੰ ਪਤਾ ਚੱਲ ਜਾਂਦਾ ਸੀ ਕਿ ਇੱਥੇ ਜਿਹੜਾ ਮਰਦਾਰ ਜਾਨਵਰ ਹੈ ਉਹ ਪਿਆ ਹੋਇਆ। ਲੇਕਿਨ ਜਿਵੇਂ ਜਿਵੇਂ ਆਬਾਦੀ ਵਧਦੀ ਗਈ ਹੈ, ਇਸ ਤੋਂ ਇਲਾਵਾ ਜਿਹੜੇ ਟੀਕੇ ਆਉਂਦੇ ਗਏ ਨੇ ਜਿਹੜੇ ਜਾਨਵਰਾਂ ਨੂੰ ਲੱਗਦੇ ਨੇ, ਉਸ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜਾ ਵਾਇਰਸ ਹੈ ਉਹ ਫੈਲਦਾ ਗਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਗਿੱਧ ਪਰਿੰਦਾ ਹੈ ਦੁਨੀਆ ਦੇ ਵਿੱਚ ਮਹਿਦੂਮੀ ਦਾ ਸ਼ਿਕਾਰ ਹੋ ਗਿਆ। ਇਸ ਟਾਈਮ ਇਹਦੀ ਜਿਹੜੀ ਤਾਦਾਦ ਹੈ ਉਹ ਬਿਲਕੁਲ ਖਤਮ ਹੋ ਗਈ ਹੈ। ਹਰ ਪਾਸੇ ਜਿਹੜੀਆਂ ਬਿਮਾਰੀਆਂ ਨੇ ਉਹ ਆਮ ਹੋ ਗਈਆਂ ਨੇ ਤੇ ਜਿਹੜੀਆਂ ਨਹਿਰਾਂ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਨੇ, ਜਿੰਨੇ ਵੀ ਜਿਹੜੇ ਮਰਦਾਰ ਜਾਨਵਰ ਨੇ ਉਹਨਾਂ ਨੂੰ ਸੱਟਣ ਦਾ ਕੰਮ ਕਰਦੇ ਪਏ ਨੇ, ਜਿੰਦੇ ਪਾਰੀ ਨਹਿਰਾਂ ਦੇ ਵਿੱਚ ਵੀ ਜਿਹੜਾ ਪਾਣੀ ਹੈ ਉਹ ਗੰਦਾ ਤੇ ਆਲੂਦਾ ਹੋਇਆ ਪਿਆ। ਇਸੇ ਤਰ੍ਹਾਂ ਗਿੱਧ ਦੇ ਹਵਾਲੇ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਛਾਂਗਾ ਮਾਂਗਾ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਜੰਗਲ ਹੈ, ਉਹਦੇ ਵਿੱਚ 3 ਨੰਬਰ ਜਿਹੜਾ ਬੁਲਾ ਕੇ ਇੱਕ ਵਲਚਰ ਹਾਊਸ ਬਣਾਇਆ ਗਿਆ 2005 ਦੇ ਵਿੱਚ WWF ਪਾਕਿਸਤਾਨ ਦੇ ਵੱਲੋਂ। ਇੱਕ ਹੋਰ ਇਹਦੇ ਵਿੱਚ ਜਿਹੜੀ ਖਾਸ ਗੱਲ ਹੈ ਉਹ ਵੀ ਤੁਹਾਨੂੰ ਦੱਸਾਂਗੇ ਕਿ ਜਿਹੜਾ ਗਿੱਧ ਹੈ ਇਹਦੀ ਖੁਰਾਕ ਦੇ ਉੱਤੇ ਵੀ ਤੁਹਾਨੂੰ ਦੱਸਾਂਗੇ। ਤੇ ਇਹਦਾ ਜਿਹੜਾ ਬੱਚਾ ਹੈ 5 ਸਾਲ ਬਾਅਦ ਇਹ ਕਾਂਡੇ ਤੇ ਜਿਹੜਾ ਬੱਚਾ ਹੈ ਉਹ ਪੈਦਾ ਹੁੰਦਾ ਹੈ। ਫਿਰ ਉਹਦੀ ਐਸਤਾ ਐਸਤਾ ਜਿਹੜੀ ਪਰਵਰਿਸ਼ ਹੈ ਉਹ ਕੀਤੀ ਜਾਂਦੀ ਤੇ ਫਿਰ ਜਾ ਕੇ ਜਿਹੜੀ ਗਿੱਧ ਹੈ ਉਹ ਬਣਦੀ ਹੈ। ਤੇ ਇਹ ਜਿਹੜਾ ਜਾਨਵਰ ਹੈ ਇਸ ਟਾਈਮ ਇਹ ਬੜਾ ਡਰਦਾ ਹੈ, ਇਸ ਵਾਸਤੇ ਇਹਨੂੰ ਜਿਹੜਾ ਛਾਂਗਾ ਮਾਂਗਾ ਏਸ਼ੀਆ ਦਾ ਸਭ ਤੋਂ ਵੱਡੇ ਜੰਗਲ ਦਾ ਅੰਦਰੂਨ ਇਲਾਕਾ ਹੈ ਉਹਦੇ ਵਿੱਚ ਇਹਦੀ ਜਿਹੜੀ ਅਫਜ਼ਾਇਸ਼ ਹੈ ਉਹ ਕੀਤੀ ਜਾਂਦੀ ਪਈ। ਇਹਨਾਂ ਨੂੰ ਪਾਲਣ ਦਾ ਕੰਮ ਕੀਤਾ ਜਾਂਦਾ ਪਿਆ ਤੇ ਨਾਲ ਨਾਲ ਇਹਨਾਂ ਨੂੰ ਖੋਤੇ ਖਵਾਏ ਜਾਂਦੇ ਪਏ ਨੇ, ਬੱਕਰੀਆਂ ਖਵਾਈਆਂ ਜਾਂਦੀਆਂ ਪਈਆਂ ਨੇ, ਖਰਗੋਸ਼ ਖਵਾਏ ਜਾਂਦੇ ਪਏ ਨੇ। ਤੇ ਉੱਥੇ ਇਸ ਟਾਈਮ ਜਿਹੜੇ ਗਿੱਧ ਦੀ ਤਾਦਾਦ ਹੈ ਉਹ ਤਕਰੀਬਨ 35 ਦੇ ਕਰੀਬ ਹੋ ਗਈ ਹੈ। ਜਦੋਂ ਉੱਥੇ ਕੰਮ ਸ਼ੁਰੂ ਕੀਤਾ ਗਿਆ ਸੀ ਉਦੋਂ 5 ਦੇ ਕਰੀਬ ਜਿਹੜੀਆਂ ਗਿੱਧ ਦੀਆਂ ਜੋੜੀਆਂ ਨੇ ਵਲਚਰ ਹਾਊਸ ਦੇ ਵਿੱਚ ਛੱਡੀਆਂ ਗਈਆਂ ਸੀ ਤੇ ਮਜ਼ੀਦ ਉਹਦੇ ਉੱਤੇ ਜਿਹੜਾ ਕੰਮ ਹੈ ਉਹ ਕੀਤਾ ਜਾਂਦਾ ਪਿਆ। ਤੇ ਇਹ ਜਿਹੜਾ ਗਿੱਧ ਹੈ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਖਤਮ ਹੋ ਗਿਆ। ਇਸ ਪਾਰੀ ਜਿਹੜੀਆਂ ਬਿਮਾਰੀਆਂ ਨੇ ਉਹ ਆਮ ਹੋ ਗਈਆਂ ਨੇ ਤੇ ਜਿਹੜੇ ਸ਼ਹਿਰੀ ਨੇ ਉਹਨਾਂ ਨੂੰ ਆਏ ਦਿਨ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਲੱਗਦੀਆਂ ਪਈਆਂ। ਛਾਂਗਾ ਮਾਂਗਾ ਵਲਚਰ ਹਾਊਸ ਬਣਾਇਆ ਗਿਆ ਤੇ ਹਕੂਮਤ ਨੂੰ ਵੀ ਚਾਹੀਦਾ ਹੈ ਕਿ ਜਿਹੜੀ ਗਿੱਧ ਦੀ ਤਾਦਾਦ ਹੈ ਉਹਦੇ ਵਿੱਚ ਇਜ਼ਾਫਾ ਕੀਤਾ ਜਾਵੇ। ਉੱਥੇ ਜਿਹੜੀ ਤਾਦਾਦ ਹੈ ਉਹਦੇ ਹਵਾਲੇ ਦੇ ਨਾਲ ਇਕਦਾਮਾਤ ਕੀਤੇ ਜਾਣ ਤਾਂ ਕਿ ਦੁਨੀਆ ਦੇ ਉੱਤੇ ਜਿਹੜੀਆਂ ਬਿਮਾਰੀਆਂ ਨੇ ਉਹ ਆਮ ਹੁੰਦੀਆਂ ਜਾਂਦੀਆਂ ਪਈਆਂ ਨੇ। ਜਗ੍ਹਾ ਜਗ੍ਹਾ ਦੇ ਉੱਤੇ ਜਿਹੜੇ ਮਰਦਾਰ ਜਾਨਵਰ ਨੇ ਉਹ ਪਾਏ ਜਾਂਦੇ ਪਏ ਨੇ, ਉਹਨਾਂ ਦੇ ਵਿੱਚ ਵੀ ਕਮੀ ਹੋਵੇ। ਤੇ ਇਸੇ ਤਰ੍ਹਾਂ ਜਿਹੜੀ ਗਿੱਧ ਨੇ ਉਹ ਬੜਾ ਜ਼ਿਆਦਾ ਡਰਦੇ ਨੇ ਜਦੋਂ ਸ਼ੋਰ ਸ਼ਰਾਬਾ ਹੁੰਦਾ ਹੈ, ਇਸ ਵਾਸਤੇ ਉਹਨਾਂ ਨੂੰ ਜੰਗਲ ਦੇ ਅੰਦਰੂਨ ਦੇ ਵਿੱਚ ਪਾਲਣ ਦਾ ਕੰਮ ਕੀਤਾ ਜਾਂਦਾ ਪਿਆ। ਲੇਕਿਨ ਹਕੂਮਤ ਨੂੰ ਵੀ ਚਾਹੀਦਾ ਕਿ ਆਪਦੀ ਜਿਹੜੀ ਸਰਪ੍ਰਸਤੀ ਹੈ ਹੋਰ ਜ਼ਿਆਦਾ ਵਧਾਵੇ, ਜਿਹੜੀਆਂ ਟੀਮਾਂ ਨੇ ਉਹ ਵੀ ਉੱਥੇ ਲਾਵਣ ਤਾਂ ਕਿ ਜਿਹੜੀ ਗਿੱਧ ਪੂਰੀ ਦੁਨੀਆ ਦੇ ਵਿੱਚ ਜਿਹੜੀ ਮਹਿਦੂਮੀ ਦਾ ਸ਼ਿਕਾਰ ਹੋ ਗਈ ਹੈ। ਕਿਸੇ ਵਕਤ ਦੇ ਵਿੱਚ ਇਹ ਆਪਦਾ ਸ਼ਿਕਾਰ ਕਰਦੀ ਸੀ, ਇਹਨੂੰ ਸ਼ਿਕਾਰ ਕਰਨ ਦੀ ਜ਼ਰੂਰਤ ਨਹੀਂ ਦੀ। ਜਿਹੜੇ ਦੂਸਰੇ ਜਾਨਵਰ ਨੇ ਉਹ ਸ਼ਿਕਾਰ ਕਰਨ ਵਾਸਤੇ ਪਹਿਲੇ ਤਾਕਦੇ ਸੀ ਕਿ ਅਸੀਂ ਸ਼ਿਕਾਰ ਕਿੱਥੇ ਕਰਨਾ ਹੈ। ਇਹ ਜਿਹੜੀ ਗਿੱਧ ਹੈ ਇਹਦਾ ਸ਼ਿਕਾਰ ਜਿਹੜਾ ਹੈ ਉਹ ਰੋਡਾਂ ਦੇ ਉੱਤੇ ਪਿਆ ਹੁੰਦਾ ਸੀ, ਸੜਕਾਂ ਦੇ ਉੱਤੇ ਪਿਆ ਹੁੰਦਾ ਸੀ। ਇਸ ਵਾਸਤੇ ਇਹਦੀ ਜਿਹੜੀ ਨਜ਼ਰ ਹੈ ਉਹ ਵੀ ਬੜੀ ਜ਼ਿਆਦਾ ਤੇਜ਼ ਹੈ। ਅਸਮਾਨਾਂ ਦੀ ਬੁਲੰਦੀ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਇਹਦੀ ਜਿਹੜੀ ਸਪੀਡ ਹੈ ਉਹ ਵੇਖਣ ਨੂੰ ਮਿਲਦੀ ਸੀ। ਲੇਕਿਨ ਜਿਵੇਂ ਜਿਵੇਂ ਜਦੀਦ ਦੌਰ ਆਉਂਦਾ ਜਾਂਦਾ ਪਿਆ ਉਵੇਂ ਉਵੇਂ ਜਿਹੜੇ ਇਸ ਤਰ੍ਹਾਂ ਦੇ ਜਾਨਵਰ ਨੇ ਉਹ ਦੁਨੀਆ ਦੇ ਉੱਤੋਂ ਖਤਮ ਹੁੰਦੇ ਜਾਂਦੇ ਪਏ ਨੇ। ਇਸੇ ਤਰ੍ਹਾਂ ਅਗਰ ਗਿੱਧ ਦੀ ਅਕਸਾਮ ਦੀ ਗੱਲ ਕੀਤੀ ਜਾਵੇ ਤੇ ਬੜੀ ਜ਼ਿਆਦਾ ਇਹਦੀਆਂ ਅਕਸਾਮ ਨੇ ਜਿੰਦੇ ਵਿੱਚ ਗਿੱਧ ਜਿਹੜੀ ਹੈ ਉਹ ਮੌਜੂਦ ਹੈ। ਤੇ ਲੇਕਿਨ ਇਹ ਪੂਰੇ ਪਾਕਿਸਤਾਨ ਦੇ ਵਿੱਚ ਇਸ ਟਾਈਮ ਜਿਹੜੀ ਉਹ ਮਹਿਦੂਮੀ ਦਾ ਸ਼ਿਕਾਰ ਹੋ ਗਈ ਹੈ। ਤੇ ਗਿੱਧ ਜਿਹੜੀ ਇਹਦੀ ਖੁਰਾਕ ਦੇ ਹਵਾਲੇ ਦੇ ਨਾਲ ਵੀ ਅੱਛੇ ਇਕਦਾਮਾਤ ਕੀਤੇ ਜਾਣ ਤਾਂ ਕਿ ਪਾਕਿਸਤਾਨ ਦੇ ਵਿੱਚ ਬਿਹਤਰ ਨਿਜ਼ਾਮ ਬਣ ਜਾਵੇ। ਅੱਜ ਦੇ ਪ੍ਰੋਗਰਾਮ ਤੋਂ ਮੈਨੂੰ ਦਿਓ ਇਜਾਜ਼ਤ। ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਫਿਰ ਹੋਵੇ ਦੀ ਮੁਲਾਕਾਤ, ਉਦੋਂ ਤੱਕ ਅੱਲਾ ਨਿਗਹਿਬਾਨ।